गुरफतेह प्रवान करो। सारे आखो वाहिगुरु जी का खालसा वाहिगुरु जी की फतेह। संत बाबा खजान सिंह जी के तप अस्थान गुरुद्वारा अखंड प्रकाश पिंडरा संप्रदाय के बानी संत बाबा सुंदर सिंह जी महापुरुष, उन्होंने जानशीन संत ज्ञानी गुरबचन सिंह जी खालसा तथा उन्होंने अगे उत्तराधिकारी महापुरुष संत ज्ञानी मोहन सिंह जी पिंडरा वाले, दोहां की सेवा विच रह के ब्रह्म विद्या पढ़ के खुशियां प्राप्त करने वाले सेवा करके महान प्रसन्नता के पात्र बनने वाले भाई साधु सिंह जी, जिन्हों के संबंध में संत ज्ञानी गुरबचन सिंह खालसा जी ने गुरमुख प्रकाश जीवन में दो लाइनां लिखियां। साधु सिंह देगिया सियाणा, संता करत बहुत बलवाना। भी उं तो असी कहते भी ये साधु सिंह मस्ताना सीगा, ते मस्ताना साडे वल्लों सी, संसार वल्लों सी, दूजे पासे वल्लों तो बहुत सियाणा ही सीगा। ते नाल कहा संथा करत बहुत बलवाना, भी संथ्या भी करदा सी, नाल बहुत बल वाला भी, तकड़ा भी सी। तकड़े रही काम है इहो जे सतपुरुषों की सेवा करनी, विद्या पढ़ लैनी है तो यह भी औखी, पर जेड़े कोई सतपुरुष है उन्होंने सेवा विच पूरा उतरना ये किसी बिरले बिरले के हिस्से विच आउंदा है। बहुते लोग तो सेवा करते करते प्रसन्नता के थां दुरसीसा लै लैंदे, श्राप प्राप्त कर लेंदे है। साडे जथे विचों ये भाई साधु सिंह सी ऐसा भी जिन्हें विद्या भी पढ़ी ते सेवा भी रज के की महापुरुष। एक दी नहीं, दो साधुआं की सेवा। सेवता एक साधु की तार जाती है, ये तो हुण दो साधुआं की सेवा करके समझ लो 42 कुलां उन्होंने तार लिया। जिवें प्रहलाद नूं कहा सी ना भी तू तो 42 कुलां कर लिया, ये यथारथी है। महापुरुषों का जिहड़ा आचार विहार सी ना बहुत सख्त सी, खास करके संत ज्ञानी मोहन सिंह जी का, क्योंकि जथे विच ਸਿੰਘਾਂ ਦੀ विद्यार्थियों ਦੀਆਂ 3 संथा ਚੱਲਦੀਆਂ सी। पहला गुरबाणी की लड़ीवार कथा, फिर 10 साढ़े 10 बजे प्राइवेट संथ्या शुरू हो जाती। किते सार किताबली, पावर सिमरत, चनाका राजनीत, विचार माला, अध्यात्म प्रकाश, परथरी विराग सतक, प्रबोध चंदन नाटक, इसे तरह तर्क संग्रह, विचार सागर, मोख पंथ, बिरती प्रभाकर, ये सारे पुस्तक वो प्राइवेट पढ़ाते सन। करीबन घंटा 1.5 घंटा
ਉਹਨਾਂ ਦਾ ਇਸ ਦੂਜੀ ਸੰਥਿਆ ਵਿੱਚ ਲੱਗ ਜਾਂਦਾ ਸੀ। ਉਦੋਂ ਬਾਅਦ ਜੱਥੇ ਦੀ ਘੰਟੀ ਵੱਜ ਜਾਂਦੀ, ਸਿੰਘ ਫਿਰ ਪ੍ਰਸ਼ਾਦਾ ਛਕਣ ਚਲੇ ਜਾਂਦੇ। ਥੋੜ੍ਹਾ ਬਹੁਤਾ ਉਹ ਆਰਾਮ ਕਰਦੇ ਸੀ ਅਤੇ ਥੋੜ੍ਹਾ ਬਹੁਤਾ ਉਹ ਛਕ ਲੈਂਦੇ ਸੀ ਮਹਾਂਪੁਰਸ਼। ਉਦੋਂ ਬਾਅਦ ਫਿਰ ਅਗਲੀ ਜਿਹੜੀ ਇਤਿਹਾਸ ਦੀ ਕਥਾ ਦਾ ਸਮਾਂ ਹੋ ਜਾਂਦਾ। ਫਿਰ ਉਹਨਾਂ ਨੂੰ ਵਿਚਾਰਨਾ, ਵਿਚਾਰ ਕੇ ਉਦੋਂ ਬਾਅਦ ਫਿਰ ਸੰਗਤ ਵਿੱਚ ਆ ਕੇ ਘੰਟਾ, ਸਵਾ ਘੰਟਾ, 1.5 ਘੰਟਾ ਇਤਿਹਾਸ ਦੀ ਕਥਾ ਕਰਨੀ। ਸਮਾਪਤੀ ਤੋਂ ਬਾਅਦ ਬਸ ਨਾਲ ਹੀ ਲੰਗਰ ਦੀ ਘੰਟੀ ਫਿਰ ਵੱਜ ਜਾਂਦੀ ਸੀ। ਸਿੰਘ ਫਿਰ ਪ੍ਰਸ਼ਾਦਾ ਛਕਣ ਚਲੇ ਜਾਂਦੇ ਅਤੇ ਉਹ ਆਪਣਾ ਰਹਿ ਰਾਸ ਵਗੈਰਾ ਪੜ੍ਹ ਕੇ ਮਹਾਂਪੁਰਸ਼ ਉਦੋਂ ਬਾਅਦ ਫਿਰ ਆਪਣਾ ਨਿਤਨੇਮ ਉਹ ਸ਼ੁਰੂ ਕਰਦੇ ਸੀ। ਰਾਤ ਨੂੰ ਜੇ ਤਾਂ ਬਾਹਰ ਜੱਥਾ ਹੁੰਦਾ ਵਿਚਰਦਾ, ਫਿਰ ਤਾਂ 2-3 ਸਿੰਘ ਉਹਨਾਂ ਦੇ ਨਾਲ ਜਾਂਦੇ ਪਿੱਛੇ। ਕਿਤੇ ਭਾਈ ਕਾਹਨ ਸਿੰਘ ਜੀ ਨਾਲ ਹੁੰਦੇ, ਕਿਤੇ ਉਗਰ ਸਿੰਘ ਜੀ, ਭਾਈ ਕਿਤੇ ਜੋਗਾ ਸਿੰਘ ਜੀ। ਇਸ ਤਰ੍ਹਾਂ ਘੁਡਾਣੀ ਤੋਂ ਇੱਕ ਸਿੰਘ ਭਾਈ ਗੁਰਦੇਵ ਸਿੰਘ ਜੀ ਸੀ। ਹੋਰ ਜਿਨ੍ਹਾਂ ਦੇ ਮਨਾਂ ਵਿੱਚ ਉਤਸ਼ਾਹ ਸੀ, ਉਹ ਭਾਈ ਦਲੀਪ ਸਿੰਘ ਜੀ ਦਮਦਮਾ ਸਾਹਿਬ ਵਾਲੇ, ਉਹ ਵੀ ਇਉਂ ਵਰਸ਼ਾ ਪਿੱਛੇ ਪਿੱਛੇ ਜਾਂਦੇ ਸਨ। ਕਰੀਬਨ 12:30 ਜਾਂ 1 ਵੱਜ ਜਾਂਦਾ ਸੀ। ਇੱਧਰ ਜਿਹੜੇ ਲਾਂਗਰੀ ਸਿੰਘ ਹੈ, ਇਹ ਆਪਣੀ ਕਰਮ ਕਿਰਿਆ ਕਰਨ ਵਾਸਤੇ ਉੱਠ ਪੈਂਦੇ ਸੀ ਅਤੇ ਮਹਾਂਪੁਰਸ਼ ਥੋੜ੍ਹਾ ਬਹੁਤਾ 1 ਵਜੇ, ਸਵਾ 1 ਵਜੇ ਛਕਦੇ ਹੁੰਦੇ ਸੀ। ਹੁਣ ਤੁਸੀਂ ਦੇਖ ਲਓ ਵੀ ਉਦੋਂ ਤੱਕ ਭਾਈ ਸਾਧੂ ਸਿੰਘ ਦੇਗੀਆਂ ਨੇ ਜਾਗਦੇ ਰਹਿਣਾ ਹੈ। ਜਦੋਂ ਆਵਾਜ਼ ਵੱਜੀ, ਉਸੇ ਵੇਲੇ ਉਹਨਾਂ ਨੇ ਸਾਵਧਾਨ ਹੋ ਕੇ ਕੋਲ ਆ ਜਾਣਾ ਹੈ ਵੀ ਜਿਹੜਾ ਅਜੇ ਤੱਕ ਕੋਈ ਜਲ ਪਾਣੀ ਦੀ ਥੋੜ੍ਹੀ ਬਹੁਤੀ ਲੋੜ ਹੈ ਤਾਂ ਉਹ ਛਕ ਲੈਣਾ, ਅਤੇ ਜੇ ਕਹਿਣਾ ਵੀ 2 ਪ੍ਰਸ਼ਾਦੇ, ਉਹ ਵੀ ਬਿਲਕੁਲ ਹਲਕੇ, ਫੂਕ ਮਾਰੀ ਤੋੜਦੇ। 2 ਕੁ ਬੁਰਕੀਆਂ ਮਸਾਂ ਬਣਦੀਆਂ ਸੀ। ਕਈ ਵਾਰੀ 2 ਛਕ ਲੈਣੇ, ਕਿਤੇ ਜੀ ਕਰਨਾ 3 ਛਕ ਲੈਣੇ। 3 ਛਕ ਕੇ ਕਹਿਣਾ ਵੀ ਅੱਜ ਤਾਂ ਬਹੁਤ ਛਕ ਲਿਆ। ਇਸ ਤਰ੍ਹਾਂ ਉਹਨਾਂ ਦਾ ਅਲਪ ਆਹਾਰ, ਸੁਲਭ ਸੀ ਨਿੰਦਰਾ, ਦਇਆ, ਸ਼ਿਮਾ, ਤੰਤੀ, ਸ਼ੀਰ, ਸੰਤੋਖ, ਸਦਾ ਨਿਰਭੈਵੋ ਹੋਵੋ ਵੈਵੋ ਤ੍ਰਿਗੁਣ ਅਤੀਤ ਵਾਲੀ, ਤੇ ਉਹ ਪਹਿਰਾ ਦਿੰਦੇ ਸੀ ਮਹਾਂਪੁਰਸ਼। ਹੁਣ 1 ਵਜੇ ਛਕ ਕੇ ਥੋੜ੍ਹਾ ਬਹੁਤਾ ਸੋਣਾ ਹੈ। ਉਹ ਕਿੰਨਾ ਕੁ ਹੈ? ਘੰਟਾ, ਸਵਾ ਘੰਟਾ। ਉਦੋਂ ਬਾਅਦ ਫਿਰ ਸਾਬ ਧਾਜ ਹੋ ਜਾਣਾ, ਫਿਰ ਢਿੱਡ ਦੀ ਮਾਲਸ਼ ਕਰਨ ਲੱਗ ਜਾਣੀ ਹੈ। ਮਾਲਸ਼ ਕਰਕੇ ਮਹਾਂਪੁਰਸ਼ਾਂ ਨੇ ਫਿਰ ਐਕਸਰਸਾਈਜ਼ ਕਰਨ ਲੱਗ ਜਾਣੀ ਹੈ। ਫਿਰ ਇਸ਼ਨਾਨ ਕਰਨ ਲੱਗ ਜਾਣਾ। ਇਸ਼ਨਾਨ ਕਰਕੇ ਬਸ ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਫਿਰ ਬਸ ਕਥਾ ਦਾ ਟਾਈਮ ਹੋ ਜਾਣਾ, ਲੜੀਵਾਰ ਗੁਰਬਾਣੀ ਦਾ। ਸਾਰੀ ਰਾਤ, ਸਾਰਾ ਦਿਨ ਮਹਾਂਪੁਰਸ਼ਾਂ ਦਾ ਬਸ ਇਸੇ ਪਾਸੇ ਲੰਘਦਾ ਸੀ। ਅਤੇ ਨਾਲ ਹੀ ਫਿਰ ਭਾਈ ਸਾਧੂ ਸਿੰਘ ਜੀ ਦਾ ਸਮਾਂ ਵੀ ਇਸੇ ਤਰ੍ਹਾਂ ਹੀ ਬਸਰਾ ਹੁੰਦਾ ਸੀ। ਹੁਣ ਤੁਸੀਂ ਆਪੋ ਵਿੱਚ ਝਾਤੀ ਮਾਰ ਕੇ ਦੇਖ ਲਓ ਵੀ ਉਹਨਾਂ ਦੀ ਸੇਵਾ ਕੋਈ ਪੂਰਾ ਉਤਰ ਜੂ। ਇਹ ਉਹੀ ਸੀ ਭਾਈ ਸਾਧੂ ਸਿੰਘ ਵੀ ਜਦੋਂ ਆਵਾਜ਼ ਮਾਰਦੇ ਸੀ ਉਸੇ ਵੇਲੇ ਉਹ ਹਾਜ਼ਰ ਹੁੰਦੇ ਸੀ। ਅਤੇ ਸੰਤ ਬਾਬਾ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਤਾਂ ਉਹਨਾਂ ਦੀ ਦੇਗ ਦੀ ਸੇਵਾ ਦੇ ਕੇ ਪ੍ਰਸੰਨਤਾ ਜ਼ਾਹਰ ਕੀਤੀ ਸੀ। ਉਹ ਬਹੁਤ ਖੁਸ਼ ਹੋ ਗਏ, ਕਹਿੰਦੇ ਵੀ ਭਾਈ ਸਾਧੂ ਸਿੰਘ ਮੰਗਲਾ ਜੋ ਕੁ ਚਾਹੀਦਾ, ਜੋ ਚਾਹੀਦਾ ਮੰਗਲਾ, ਅੱਜ ਉਹੀ ਦੇ ਦਿਆਂਗੇ। ਹੁਣ ਸਾਡੇ ਵਰਗਾ ਦਾ ਹੁੰਦਾ, ਉਹਨੇ ਕੋਈ ਹੋਰ ਦੁਨਿਆਵੀ ਪਦਾਰਥ ਮੰਗਣੇ ਸੀ। ਅਤੇ ਸਿਆਣਾ ਵੇਖ ਲਓ, ਕਹਿੰਦਾ ਮਾਰਾ ਮੈਂ ਸਾਰੀ ਜ਼ਿੰਦਗੀ ਤਿਆਰ ਪਰ ਤਿਆਰ ਰਹਾ। ਤੇ ਮਹਾਂਪੁਰਸ਼ ਖੁਸ਼ ਕਹਿੰਦੇ ਸਾਰੀ ਜ਼ਿੰਦਗੀ ਤਿਆਰ ਪਰ ਤਿਆਰ ਹੀ ਰਹੇਗਾ, ਨਹੀਂ ਤਾਂ ਇੱਥੇ ਇੱਕ ਵਾਰੀ ਅਮਰ ਛਕ ਕੇ ਨਾ 20 ਵਾਰੀ ਕਰੈਤਾਂ ਕਰਦੇ, ਪਤਾ ਨਹੀਂ ਕਿੰਨੇ ਵਾਰੀ ਸਦਾਈਆਂ ਕਰਦੇ।
ਤੇ ਉਹ ਦੂਜੀਆਂ ਬਜਰ ਕਿਰਪਾ ਤਾਂ ਉਹਨਾਂ ਦੇ ਨੇੜੇ ਨਹੀਂ ਆਈਆਂ, ਇੱਧਰ ਤਾਂ ਫੁਰਨਾ ਹੀ ਨਹੀਂ ਆਇਆ ਉਹਨਾਂ ਦਾ। ਇਹ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਖੁਸ਼ ਹੋ ਕੇ ਵਰ ਰੂਪ ਬਚਨ ਕਹਿੰਦੇ ਵੀ ਸਾਰੀ ਜ਼ਿੰਦਗੀ ਤੂੰ ਤਿਆਰ ਪਰ ਤਿਆਰ ਹੀ ਰਹੇਗਾ, ਤੇ ਤਿਆਰ ਪਰ ਤਿਆਰ ਹੀ ਰਹੇ। ਇਸੇ ਤਰ੍ਹਾਂ ਫਿਰ ਜਦੋਂ ਸੰਤ ਗਿਆਨੀ ਮੋਹਨ ਸਿੰਘ ਜੀ ਧੀਰੇ ਪੱਤਰੇ ਬੰਦਗੀ ਕਰ ਰਹੇ ਖੇਤ ਵਿੱਚ ਰਛਨ ਵਿੱਚ ਬਹਿ ਕੇ, ਉੱਥੇ ਵੀ ਉਹ ਹਾਜ਼ਰ ਰਹੇ। ਇੱਥੇ ਤਾਂ ਰਹੇ ਨਾ, ਮਗਰੋਂ ਪਹਿਲਾਂ ਵੀ ਰਹੇ। ਉਹ ਗੁਰਦੁਆਰਾ ਉੱਥੇ ਬਣਿਆ। ਫਿਰ ਮਹਾਂਪੁਰਸ਼ਾਂ ਨੇ ਉੱਥੇ ਲੜੀਵਾਰ ਕਥਾ ਸ਼ੁਰੂ ਕਰ ਲਈ ਤੇ ਭੋਗ ਦੇ ਸਮੇਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੂੰ ਹੋਰ ਸਾਧੂਆਂ ਸੰਤਾਂ ਨੂੰ ਉੱਥੇ ਬੁਲਾਇਆ। ਭਗਤ ਉਜਾਗਰ ਸਿੰਘ ਜੀ ਸੱਧੂਵਾਲ ਵਾਲੇ ਵੀ, ਜੋ ਮਹਾਂਪੁਰਸ਼ਾਂ ਦੇ ਬਹੁਤ ਨੇੜੇ ਹੋ ਕੇ ਭਗਤੀ ਕਰਕੇ ਸੰਤ ਭਗਤ ਪ੍ਰਵਾਨ ਜੋ ਪ੍ਰਭਾਇਆ ਵਾਲੇ ਅਵਸਥਾ ਤੇ ਪਹੁੰਚ ਗਏ ਸਨ, ਉਹ ਵੀ ਤੇ ਹੋਰ ਇਲਾਕਾ ਉੱਥੇ ਕਥਾ ਦੇ ਭੋਗ ਦੇ ਸਮੇਂ ਇਕੱਠਾ ਹੋਇਆ। ਬਹੁਤ ਖੁੱਲ੍ਹਾ ਡੁੱਲਾ ਲੰਗਰ ਚੱਲਿਆ ਸੀ। ਉੱਥੇ ਫਿਰ ਭਾਈ ਸਾਧੂ ਸਿੰਘ ਜੀ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਮੈਂ ਤੁਹਾਡੀ ਸੇਵਾ ਵਿੱਚ ਪੱਕੇ ਤੌਰ ਤੇ ਹਾਜ਼ਰ ਰਹਿਣਾ ਚਾਹੁੰਦਾ। ਮਹਾਂਪੁਰਸ਼ ਕਹਿੰਦੇ ਕੋਈ ਸਮਾਂ ਆ ਗਿਆ ਤੇ ਵੀ ਆਪਾਂ ਹੋ ਜਾਵਾਂਗੇ ਇਕੱਠੇ। ਫਿਰ ਇੱਥੇ ਜਦੋਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਤੋਂ ਬਾਅਦ ਉਹ ਮਹਾਂਪੁਰਸ਼ਾਂ ਨੂੰ ਦੁਸਹਿਰੇ ਤੇ ਫਿਰ ਦਸਤਾਰਬੰਦੀ ਹੋਈ। ਇਸ ਅਸਥਾਨ ਦੇ ਜਾਨਸ਼ੀਨ ਮੁਖੀ ਥਾਪਿਆ ਗਿਆ। ਫਿਰ ਤਾਂ ਹੁਣ ਸੇਵਾਦਾਰ ਦੀ ਲੋੜ ਸੀ ਨਾ। ਪਹਿਲਾਂ ਤਾਂ ਮਹਾਂਪੁਰਸ਼ ਆਪਣੀ ਕਿਰਮ ਕਿਰਿਆ ਸਾਰਾ ਆਪ ਹੀ ਕਰਾ ਲੈਂਦੇ ਸੀ, ਕੋਈ ਬਹੁਤੇ ਕਿਸੇ ਤੇ ਬੋਝ ਨਹੀਂ ਸੀ ਉਹ ਬਣਦੇ। ਤੇ ਫਿਰ ਜਿੱਥੇ ਸੀ ਉੱਥੋਂ ਫਿਰ ਇਹਨਾਂ ਨੂੰ ਬੁਲਾਇਆ ਗਿਆ ਸੀ। ਸ਼ਾਇਦ ਇੱਧਰ ਅੰਬਾਲੇ ਵੱਲੋਂ ਹੀ ਮੈਨੂੰ ਕਿਸੇ ਸਿੰਘ ਨੇ ਦੱਸਿਆ ਸੀ, ਉੱਧਰ ਸੀ ਉਹ ਸੇਵਾ ਕਰ ਰਹੇ ਕਿਤੇ। ਉੱਥੋਂ ਫਿਰ ਆ ਕੇ ਇੱਥੇ ਪੱਕੇ ਤੌਰ ਤੇ ਮਹਾਂਪੁਰਸ਼ਾਂ ਕੋਲ ਬਸ ਲੰਗਰ ਦੀ ਸੇਵਾ ਕਰਨ ਲੱਗ ਪਏ ਸਨ। ਇੱਕ ਵਾਰੀ ਆ ਜਗਰਾਉਂ ਜਦੋਂ ਜੱਥਾ ਉਹ ਡਾਕਟਰ ਜੀ ਨੇ ਉੱਥੇ 5 ਦਿਨ ਦਾ ਪ੍ਰੋਗਰਾਮ ਬਣਾਇਆ ਸੀ ਤੇ ਥੋੜ੍ਹਾ ਜਿਹਾ ਕੋਈ ਵੀ ਹੈ ਜਦੋਂ ਹੁਣ ਸਾਰੀ ਰਾਤ ਜਾਗਣਾ ਹੈ ਤੇ ਔਖਾ ਹੋ ਹੀ ਜਾਂਦਾ ਹੈ। ਤੇ ਇਉਂ ਬੇਨਤੀ ਜੀ ਕੀਤੀ, ਕਹਿੰਦੇ ਮਹਾਰਾਜ ਵੀ ਜੇ ਤੁਸੀਂ ਟਾਈਮ ਨਾਲ ਥੋੜ੍ਹਾ ਜਿਹਾ ਛਕ ਲਿਆ ਕਰੋ ਤੇ ਮੈਂ ਆਰਾਮ ਕਰ ਲਿਆ ਕਰਾਂ। ਕਹਿੰਦੇ ਬਸ ਤੂੰ ਆਰਾਮ ਕਰੀ ਚੱਲ, ਸਾਨੂੰ ਲੋੜ ਨਹੀਂ। 7 ਦਿਨ ਆਈ ਚੱਲਿਆ। ਭੋਜਨ ਪ੍ਰਸ਼ਾਦਾ ਬਣਾ ਲੈਣਾ, ਜਲ ਪਾਣੀ ਬਣਾਉਣਾ, ਮਹਾਰਾਜ ਤਿਆਰ ਹੈ। ਨਹੀਂ ਮੈਂ ਨਹੀਂ ਛਕਣਾ। ਸਾਧੂ ਦੀ ਮੌਤ ਦਾ ਪਰਖ ਹੈ, ਕਸਵੱਟੇ ਤੇ ਲਾਉਣਾ। ਜਿਵੇਂ ਮੱਝ ਨੂੰ ਲਾਇਆ ਸੀ ਮਹਾਰਾਜ ਨੇ, ਇਹਨੂੰ ਵੀ ਪੂਰਾ ਕਸਵੱਟੇ ਤੇ ਲਾਇਆ। ਇਹਨੇ ਦੇਖ ਲਓ ਸਭ ਕੁਝ ਛੱਡ ਕੇ ਉੱਥੇ ਧਰਤੀ ਤੇ ਲਿਟ ਜਾਣਾ ਹੈ। 7 ਦਿਨ ਲੰਘੇ, ਫਿਰ ਸਿੰਘ ਇਕੱਠੇ ਹੋਏ, ਕਹਿੰਦੇ ਮਹਾਰਾਜ ਵੀ ਐਂ ਤਾਂ ਮੁਸ਼ਕਲ ਹੈ। ਤੇ ਫਿਰ ਕਹਿੰਦੇ ਵੀ ਕਿਉਂ ਬਈ ਤੂੰ ਆਰਾਮ ਕਰਨਾ? ਕਹਿੰਦਾ ਮਹਾਰਾਜ ਜੋ ਕਿਹਾ ਗਿਆ ਸੋ ਸਿੱਧ ਹੋ ਗਿਆ, ਅੱਗੇ ਬਾਤ ਨਹੀਂ ਐਸਾ ਹੋਏਗਾ। ਕਹਿੰਦੇ ਚੰਗਾ ਫਿਰ ਲਿਆ। ਨਹੀਂ ਤਾਂ ਸਿੰਘਾਂ ਨੇ ਦੂਜਿਆਂ ਨੇ ਵੀ ਕਿਤੇ ਉਹ ਮਾਈ ਝਾਈ ਨੇ ਵੀ ਪ੍ਰਸ਼ਾਦਾ ਜਿਹਾ ਬਣਾ ਕੇ ਲਿਆਂਦਾ ਸੀ, ਉਹ ਬਣਾ ਦਿੱਤਾ, ਛਕਿਆ ਨਹੀਂ ਗਿਆ। ਭਾਈ ਜੋਗਾ ਸਿੰਘ ਨੇ ਬਣਾਇਆ, ਉਹਦਾ ਵੀ ਨਹੀਂ ਛਕਿਆ। ਕਾਹਨ ਸਿੰਘ ਨੇ ਬਣਾਇਆ, ਉਹਦਾ ਵੀ ਨਹੀਂ ਛਕਿਆ। ਇੱਕ ਸਿੰਘ ਸ਼ਾਇਦ ਹੋਰ ਸੀਗਾ, ਸ਼ਾਇਦ ਭਾਗ ਸਿੰਘ ਸੀ ਉਹਦਾ ਨਾਂ, ਉਹਨੇ ਵੀ ਬਣਾਇਆ ਸੀ। ਜਦੋਂ ਛਕਿਆ ਫਿਰ ਇਹਦੇ ਹੱਥਾਂ ਤੇ ਛਕਿਆ ਮਹਾਂਪੁਰਸ਼ਾਂ ਨੇ। ਉਦੋਂ ਬਾਅਦ ਬਸ ਫਿਰ ਇਹ ਪੂਰੇ ਹਿਸਾਬ ਤਾਂ ਨਹੀਂ ਰਹੇ ਆ। ਆਏ ਅਖੀਰ ਦੇ ਆ ਕੇ ਉਹ ਆਪੇ ਹੀ ਕਹਿੰਦੇ ਸੀ, ਮਹਾਂਪੁਰਸ਼ ਕਹਿੰਦੇ ਵੀ ਅੱਗੇ ਤੂੰ ਸਾਡੇ ਕੋਲੋਂ ਭੱਜ ਜਾਂਦਾ ਸੀ, ਸਾਡੇ ਕੋਲੋਂ ਚਲਿਆ ਜਾਂਦਾ ਸੀ, ਐਤਕੀ ਨਹੀਂ ਤੈਨੂੰ ਜਾਣ ਦੇਣਾ। ਐਤਕੀ ਤੂੰ ਸਾਡੇ ਤੋਂ ਬਾਅਦ ਰਹੇਗਾ, ਪਿੱਛੋਂ ਰਹੇਗਾ।
ਚਲੋ ਤੁਹਾਨੂੰ ਸਿੰਘਾਂ ਨੂੰ ਵੀ ਦੱਸਿਆ ਹੋਊਗਾ ਤੇ ਮੈਨੂੰ ਹੁਣ ਦੱਸਿਆ ਕਰਕੇ ਮੈਂ ਕਹਿ ਰਿਹਾ ਇੱਥੇ, ਨਹੀਂ ਤਾਂ ਮਹਾਰਾਜ ਦੇ ਕੋਲੇ ਐਸਾ ਕੁਝ ਬੋਲਣਾ ਯੋਗ ਨਹੀਂ ਹੁੰਦਾ। ਤੇ ਇਹ ਵੀ ਉਹ ਭਾਈ ਸਾਧੂ ਸਿੰਘ ਤੇਗੀ ਨੇ ਕਿਹਾ ਵੀ ਮਹਾਂਪੁਰਸ਼ਾਂ ਨੇ ਮੇਰੀ ਉਮਰ ਵਧਾਤੀ, ਵੀ ਉਮਰ ਵਧਾਤੀ, ਹੁਣ ਮੈਂ ਮਹਾਂਪੁਰਸ਼ਾਂ ਤੋਂ ਬਾਅਦ ਵਿੱਚ ਵੀ ਰਹੂੰਗਾ। ਤੇ ਉਹ ਸੰਸਾਰ ਹੀ ਵੇਖ ਲਓ ਵੀ 1 ਸਾਲ ਤੋਂ ਕੁਝ ਸਮਾਂ ਉੱਪਰ ਉਹ ਭਾਈ ਸਾਧੂ ਸਿੰਘ ਜੀ ਸਾਡੇ ਕੋਲ ਇੱਥੇ ਦਰਸ਼ਨ ਦਿੰਦੇ ਰਹੇ। ਭਾਈ ਭਗਤੂ ਵਾਂਗੂ ਫਿਰ ਜਿਵੇਂ ਕੋਈ ਸਾਡਾ ਮਾੜਾ ਚੰਗਾ ਖਾਧਾ ਖੁਦਾ ਸੀ ਉਹ ਇੱਥੇ ਹੀ ਲਾਉਣਾ ਸੀ ਉਹਨਾਂ ਨੇ। ਉਹ ਫਿਰ ਉਹੇ ਜਿਹੀ ਸਰੀਰ ਨੂੰ ਥੋੜ੍ਹਾ ਬਹੁਤਾ ਉਹਨਾਂ ਨੂੰ ਹੋਇਆ, ਪਰ ਉਹਨਾਂ ਦੇ ਮਨ ਤੇ ਕੋਈ ਅਸਰ ਨਹੀਂ ਸੀਗਾ, ਉਹ ਉਸੇ ਮੌਜ ਵਿੱਚ ਹੀ ਸੀਗਾ। ਕਈ ਵਾਰੀ ਤਾਂ ਉਹ ਆਪਣੀ ਖੁਸ਼ੀ ਵਿੱਚ ਆ ਕੇ ਸਿੰਘਾਂ ਨਾਲ ਗੱਲਬਾਤ ਕਰ ਲੈਂਦੇ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਮੈਨੂੰ ਕਹਿੰਦੇ ਤੂੰ ਬੜਾ ਸਾਡਾ ਦੀਵਾਨਾ ਮਸਤਾਨਾ ਜਾਂ ਸਾਧੂ ਸਿੰਘ ਹੈ, ਕਿਉਂਕਿ ਖੁੱਲ੍ਹੇ ਡੁੱਲੇ ਬਚਨ ਕਰ ਲੈਂਦਾ ਸੀ। ਆਮ ਜਿਹਦੀ ਅਵਸਥਾ ਖੁੱਲ੍ਹ ਜੇ ਕਿਸੇ ਹੋਰ ਕੋਲ ਗੱਲਬਾਤ ਕਰੇ ਤੇ ਉਹਦੇ ਵਿੱਚ ਫਰਕ ਆਉਂਦਾ ਹੈ। ਇਹ ਨਹੀਂ ਤੇ ਮਹਾਰਾਜ ਦੀ ਕਿਰਪਾ ਸੀ ਵੀ ਇਹ ਸਿੰਘਾਂ ਨੂੰ ਕਈ ਵਾਰੀ ਗੱਲਾਂ ਬਾਤਾਂ ਖੁੱਲ੍ਹੀਆਂ ਡੁੱਲੀਆਂ ਅਵਸਥਾ ਦੀਆਂ ਵੀ ਦੱਸ ਜਾਂਦਾ ਸੀ, ਭਲੇ ਦੀਆਂ ਵੀ। ਪਰ ਫਿਰ ਉਹ ਦੱਸਦਿਆਂ ਨੂੰ ਚੇਤੇ ਹੋਣਾ ਵੀ ਇਹ ਤਾਂ ਗੱਲ ਕਰਨ ਵਾਲੀ ਨਹੀਂ ਸੀਗੀ। ਫਿਰ ਭੱਜ ਕੇ ਅੰਦਰ ਵੜਨਾ, ਉਹਨੇ ਭੱਜ ਕੇ ਜਾਣਾ ਅੰਦਰ। ਤੇ ਉਹ ਸਿੰਘਾਂ ਨੇ ਕਹਿਣਾ ਵੀ ਹੁਣ ਜਿੱਥੇ ਮਰਜ਼ੀ ਭੱਜ ਲੈ, ਜਿਹੜੀ ਹੋਣਾ ਸੀ ਉਹ ਤਾਂ ਹੋ ਗਿਆ, ਕਹਿਣਾ ਸੀ ਤਾਂ ਉਹ ਕਹਿ ਗਿਆ। ਇਹੋ ਜਿਹੇ ਸਨ ਭਾਈ ਸਾਧੂ ਸਿੰਘ ਜੀ, ਮਹਾਂਪੁਰਸ਼ਾਂ ਦੀ ਪ੍ਰਸੰਨਤਾ ਦੇ ਪਾਤਰ। ਉਹ ਸਾਡੇ ਕੋਲੋਂ ਸਦਾ ਲਈ ਅਲੋਪ ਹੋ ਗਏ। ਉਹਨਾਂ ਦੀ ਯਾਦ ਵਿੱਚ ਆਪਾਂ ਸੰਗਤ ਰੂਪੀ ਜੁੜ ਰਹੇ ਹਾਂ। ਮਹਾਂਪੁਰਸ਼ਾਂ ਦੇ ਤਪ ਅਸਥਾਨ ਦੇ ਦਰਸ਼ਨ ਕਰ ਰਹੇ ਹਾਂ। ਮਹਾਂਪੁਰਸ਼ਾਂ ਪਾਸੋਂ ਆਏ ਹੋਏ ਹੁਕਮਨਾਮੇ ਦੀ ਆਪਾਂ ਕਥਾ ਸੁਣੀ ਹੈ, ਲਾਹਾ ਲਿਆ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਰਹਿਮਤਾਂ ਕਰਨ। ਭਾਈ ਸਾਧੂ ਸਿੰਘ ਜੀ ਜਿਵੇਂ ਆਪਣੀ ਪਹਿਲਾਂ ਉਹਨਾਂ ਨੂੰ ਚਰਨੀ ਲਾਇਆ ਹੈ ਤੇ ਹੁਣ ਉਹਨਾਂ ਨੇ ਕਿੱਧਰ ਜਾਣਾ ਹੈ, ਮਹਾਰਾਜ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨੀ ਹੀ ਲਾਈ ਰੱਖਣ, ਚਰਨਾਂ ਨਾਲ ਹੀ ਜੋੜ ਜਾਣ। ਪਿੱਛੇ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇੰਨਾ ਕੁਝ ਕਹਿ ਕੇ ਦਾਸ ਖਿਮਾ ਦਾ ਜਾਚਕ ਹੋ ਰਿਹਾ ਹੈ। ਸਾਰੇ ਫਤਿਹ ਬੁਲਾਓ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।